ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਅੱਜ ਅਸੀਂ ਮੂਲ ਮੰਤਰ ਦੇ ਅਰਥ ਕਰਾਂਗੇ। ਇੱਕ ਓੰਕਾਰ। ਇੱਥੇ ਇੱਕ ਦਾ ਅਰਥ ਹੈ ਕਿ ਉਹ ਪਰਮਾਤਮਾ ਇੱਕ ਹੈ, ਦੂਸਰਾ ਕੋਈ ਨਹੀਂ, ਸਿਰਫ ਇੱਕ ਹੀ ਪਰਮਾਤਮਾ ਹੈ। ਤੇ ਓੰਕਾਰ ਦਾ ਅਰਥ ਕਰਾਂਗੇ ਕਿ ਜੀਵਾਂ ਦੀ ਉਤਪਤੀ ਵੀ ਪਰਮਾਤਮਾ ਦੇ ਵਿੱਚੋਂ ਹੋ ਰਹੀ ਹੈ ਅਤੇ ਜੀਵਾਂ ਦਾ ਨਾਸ਼ ਵੀ ਪਰਮਾਤਮਾ ਦੇ ਵਿੱਚ ਹੋ ਰਿਹਾ ਹੈ। ਅਰਥਾਤ ਕਹਿਣ ਦਾ ਭਾਵ ਹੈ ਕਿ ਜੀਵ ਪਰਮਾਤਮਾ ਦੇ ਵਿੱਚੋਂ ਹੀ ਪੈਦਾ ਹੋ ਰਹੇ ਨੇ ਤੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਰਹੇ ਨੇ। ਮਤਲਬ ਕਿ ਆਉਣ ਅਤੇ ਜਾਣ ਦਾ ਰਸਤਾ ਸਿਰਫ ਇੱਕ ਹੀ ਹੈ। ਓੰਕਾਰ ਦਾ ਅਰਥ ਹੈ ਇਹੀ ਹੈ ਕਿ ਉਤਪਤੀ ਅਤੇ ਨਾਸ਼ ਪਰਮਾਤਮਾ ਦੇ ਵਿੱਚੋਂ ਹੋ ਰਿਹਾ ਹੈ। ਸਤਿਨਾਮ। ਕਈ ਲੋਕ ਸਤਿਨਾਮ ਦਾ ਅਰਥ ਕਰਦੇ ਨੇ ਕਿ ਪਰਮਾਤਮਾ ਦਾ ਨਾਮ ਸੱਚ ਹੈ। ਇਹਦੇ ਵਿੱਚ ਬਿਲਕੁਲ ਵੀ ਸ਼ੰਕਾ ਨਹੀਂ ਹੈ ਕਿ ਪਰਮਾਤਮਾ ਦਾ ਨਾਮ ਸੱਚ ਹੈ, ਪਰ ਇੱਥੇ ਸਤਿਨਾਮ ਦਾ ਅਰਥ ਹੈ ਸਦਾ ਹੋਂਦ ਵਿੱਚ ਰਹਿਣ ਵਾਲਾ, ਸਦੀਵੀ ਰਹਿਣ ਵਾਲਾ। ਜਿਹੜਾ ਪਰਮਾਤਮਾ ਹੈ ਉਹ ਸਦਾ ਹੋਂਦ ਵਿੱਚ ਰਹਿਣ ਵਾਲਾ ਹੈ, ਸਦੀਵੀ ਰਹਿਣ ਵਾਲਾ ਹੈ। ਪਰਮਾਤਮਾ ਦਾ ਨਾਸ਼ ਕਦੇ ਨਹੀਂ ਹੋ ਸਕਦਾ। ਕਰਤਾ। ਇੱਥੇ ਕਈ ਲੋਕ ਕਰਤੇ ਦਾ ਅਰਥ ਕਰਦੇ ਨੇ ਕਰਤਾਰ, ਪਰ ਜਿਹੜਾ ਕਰਤਾਰ ਸ਼ਬਦ ਹੈ ਉਹ ਅਲੱਗ ਹੈ। ਕਰਤਾਰ ਦਾ ਅਰਥ ਹੈ ਪਰਮਾਤਮਾ, ਪ੍ਰਭੂ, ਕੋਈ ਵੀ ਆਪਾਂ ਅਰਥ ਕਰ ਸਕਦੇ ਹਾਂ, ਲੇਕਿਨ ਇੱਥੇ ਕਰਤੇ ਦਾ ਅਰਥ ਹੈ ਬਣਾਉਣ ਵਾਲਾ, ਪੈਦਾ ਕਰਨ ਵਾਲਾ। ਜਿਵੇਂ ਕਿ ਇਹ ਧਰਤੀ, ਖੰਡ ਬ੍ਰਹਿਮੰਡ, ਜੀਵ, ਪੇੜ ਪੌਦੇ, ਪਹਾੜ, ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਸਿਰਫ ਪਰਮਾਤਮਾ ਹੈ। ਇਸ ਕਰਕੇ ਪਰਮਾਤਮਾ ਨੂੰ ਕਰਤਾ ਕਿਹਾ ਜਾਂਦਾ ਹੈ। ਕਰਤੇ ਦਾ ਅਰਥ ਹੈ ਬਣਾਉਣ ਵਾਲਾ। ਪੁਰਖ। ਪੁਰਖ ਦਾ ਅਰਥ ਹੈ ਸਰਬ ਵਿਆਪਕ। ਉਹ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ, ਅਰਥਾਤ ਕਣ ਕਣ ਵਿੱਚ ਸਮਾਇਆ ਹੋਇਆ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਹੈ। ਉਹ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ। ਪੁਰਖ ਦਾ ਅਰਥ ਹੈ ਸਰਬ ਵਿਆਪਕ। ਨਿਰਭਉ। ਹੁਣ ਇੱਥੇ ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਜਿਹਨੂੰ ਕਿਸੇ ਦਾ ਕੋਈ ਡਰਦਾ ਹੋਵੇ। ਹੁਣ ਜਿਹੜਾ ਪਰਮਾਤਮਾ ਹੈ ਉਹਨੂੰ ਕਿਸੇ ਦਾ ਡਰਦੀ ਹੈ, ਕਿਉਂਕਿ ਪਰਮਾਤਮਾ ਨੂੰ ਆਪਣੀ ਪਦਵੀ ਜਾਣ ਦਾ ਕੋਈ ਵੀ ਖਤਰਾ ਨਹੀਂ ਹੈ। ਪਰਮਾਤਮਾ ਨਿਰਭਉ ਹੈ, ਭੈ ਤੋਂ ਰਹਿਤ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਹੁਣ ਆਪਾਂ ਸਾਰੇ ਲੋਕ, ਮਤਲਬ ਕਿ ਕਹਿਣ ਦਾ ਭਾਵ ਹੈ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਿ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਨੇ, ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ, ਕੋਈ ਰਾਮ ਨਾਮ ਦਾ ਜਾਪ ਕਰਦਾ ਹੈ ਤੇ ਕੋਈ ਕ੍ਰਿਸ਼ਨ ਦਾ ਜਾਪ ਕਰਦਾ ਹੈ। ਕਿਉਂ ਕਰਦਾ ਹੈ? ਉਹ ਆਪਣੇ ਵਾਸਤੇ ਕਰਦਾ ਹੈ। ਹੁਣ ਅਸੀਂ ਜੇਕਰ ਪਰਮਾਤਮਾ ਦਾ ਨਾਮ ਨਹੀਂ ਜਪਦੇ, ਗੁਰਬਾਣੀ ਨਹੀਂ ਪੜ੍ਹਦੇ, ਪਾਠ ਨਹੀਂ ਕਰਦੇ, ਪੂਜਾ ਨਹੀਂ ਕਰਦੇ, ਕੀ ਇਹਦਾ ਮਤਲਬ ਕਿ ਉਹਦੀ ਹੋਂਦ ਨੂੰ ਕੋਈ ਖਤਰਾ ਹੋ ਜਾਵੇਗਾ? ਉਹਦੀ ਗੱਦੀ ਨੂੰ ਕੋਈ ਖਤਰਾ ਹੋ ਜਾਵੇਗਾ? ਨਹੀਂ। ਪਰਮਾਤਮਾ ਨੂੰ ਕਿਸੇ ਦਾ ਕੋਈ ਵੀ ਡਰ ਨਹੀਂ ਹੈ, ਕਿਉਂਕਿ ਪਰਮਾਤਮਾ ਨਿਰਭਉ ਹੈ। ਉਹ ਡਰ ਤੋਂ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਉਹਨੂੰ ਆਪਣੀ ਪਦਵੀ ਜਾਣ ਦਾ ਕੋਈ ਵੀ ਖਤਰਾ ਨਹੀਂ ਹੈ। ਫਿਰ ਅੱਗੇ ਆਉਂਦਾ ਨਿਰਭਉ ਤੋਂ ਅੱਗੇ ਆਉਂਦਾ ਨਿਰਵੈਰ। ਨਿਰਵੈਰ ਦਾ ਅਰਥ ਹੈ ਉਹ ਪਰਮਾਤਮਾ ਵੈਰ ਤੋਂ ਰਹਿਤ ਹੈ। ਅਰਥਾਤ ਮੇਰੇ ਕਹਿਣ ਦਾ ਭਾਵ ਹੈ ਪਰਮਾਤਮਾ ਦਾ ਕਿਸੇ ਨਾਲ ਕੋਈ ਵੀ ਵੈਰ ਨਹੀਂ ਹੈ, ਉਹ ਵੈਰ ਤੋਂ ਰਹਿਤ ਹੈ। ਕਈ ਵਾਰ ਕੀ ਹੁੰਦਾ ਹੈ ਕਿ ਪਰਮਾਤਮਾ ਬਹੁਤ ਸਾਰੇ ਕਿਸੇ ਤੇ ਮੁਸੀਬਤਾਂ ਆ ਜਾਂਦੀਆਂ ਨੇ, ਦੁੱਖ ਆ ਜਾਂਦੇ ਨੇ, ਤੇ ਗੁੱਸੇ ਵਿੱਚ ਕਈ ਵਾਰ ਬੰਦਾ ਕਹਿ ਦਿੰਦਾ ਹੈ ਕਿ ਹੈ ਪਰਮਾਤਮਾ, ਪਤਾ ਨਹੀਂ ਤੂੰ ਕਿਹੜੇ ਜਨਮ ਦਾ ਵੈਰ ਕਰਦਾ ਪਿਆ ਹੈ,
ਕਿਹੜੇ ਜਨਮ ਦਾ ਬਦਲਾ ਲੈ ਰਿਹਾ ਹੈ। ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਨਹੀਂ, ਉਹਦਾ ਕਿਸੇ ਨਾਲ ਕੋਈ ਵੀ ਨਿੱਜੀ ਵੈਰ ਨਹੀਂ ਹੈ। ਇਹ ਤੂੰ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ। ਜਿਵੇਂ ਕਿ ਦੂਸਰੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਦੱਦੇ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਮਤਲਬ ਕਿ ਇਨਸਾਨ ਆਪਣੇ ਕਰਮਾਂ ਦਾ ਫਲ ਭੋਗਦਾ ਹੈ, ਇਹਦੇ ਵਿੱਚ ਪਰਮਾਤਮਾ ਦੀ ਕੋਈ ਗਲਤੀ ਨਹੀਂ। ਅਕਾਲ, ਅਕਾਲ ਦਾ ਅਰਥ ਹੈ ਕਾਲ ਤੋਂ ਰਹਿਤ, ਸਮੇਂ ਦੇ ਪ੍ਰਭਾਵ ਤੋਂ ਪਰੇ। ਹੁਣ ਕਾਲ ਚੱਕਰ ਵਿੱਚ ਆਪਾਂ ਆਉਂਦੇ ਹਾਂ, ਲੇਕਿਨ ਪਰਮਾਤਮਾ ਦੇ ਉੱਪਰ ਕਾਲ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ। ਕਿਉਂ? ਕਿਉਂਕਿ ਜਿਹੜਾ ਕਾਲ ਹੈ ਉਹ ਪਰਮਾਤਮਾ ਦੇ ਅਧੀਨ ਹੈ। ਕਾਲ ਚੱਕਰ ਪਰਮਾਤਮਾ ਦੇ ਅਧੀਨ ਹੈ, ਪਰਮਾਤਮਾ ਕਾਲ ਦੇ ਅਧੀਨ ਨਹੀਂ ਹੈ। ਇਸ ਲਈ ਪਰਮਾਤਮਾ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ, ਤੇ ਪਰਮਾਤਮਾ ਦੇ ਉੱਪਰ ਸਮੇਂ ਦਾ ਵੀ ਕੋਈ ਪ੍ਰਭਾਵ ਨਹੀਂ। ਜਿਹੜਾ ਸਮਾਂ ਹੈ ਉਹ ਸਭ ਨੂੰ ਪ੍ਰਭਾਵਿਤ ਕਰਦਾ ਹੈ, ਸਭ ਉੱਪਰ ਸਮੇਂ ਦਾ ਪ੍ਰਭਾਵ ਪੈਂਦਾ ਹੈ, ਪਰ ਪਰਮਾਤਮਾ ਦੇ ਉੱਪਰ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਹੈ। ਮੂਰਤ, ਇੱਥੇ ਮੂਰਤ ਦਾ ਕਈ ਲੋਕ ਕਰਦੇ ਨੇ ਅਰਥ ਕਰਦੇ ਨੇ ਮੂਰਤੀ, ਪਰ ਇੱਥੇ ਮੂਰਤ ਦਾ ਅਰਥ ਹੈ ਹਸਤੀ। ਪਰਮਾਤਮਾ ਇੱਕ ਅਜਿਹੀ ਹਸਤੀ ਹੈ ਜੋ ਸਮੇਂ ਅਤੇ ਕਾਲ ਦੇ ਪ੍ਰਭਾਵ ਤੋਂ ਪਰੇ ਹੈ। ਅਜੂਨੀ, ਅਜੂਨੀ ਦਾ ਅਰਥ ਹੈ ਜੂਨਾਂ ਤੋਂ ਰਹਿਤ। ਮਤਲਬ ਕਿ ਜਿਹੜਾ ਪਰਮਾਤਮਾ ਹੈ ਉਹ ਕਿਸੇ ਵੀ ਜੂਨ ਵਿੱਚ ਨਹੀਂ ਆਉਂਦਾ। ਆਪਾਂ ਸਾਰੇ ਜਿੰਨੇ ਵੀ ਜੀਵ ਪੈਦਾ ਕੀਤੇ ਹਾਂ, ਅਸੀਂ, ਤੁਸੀਂ, ਜਿੰਨੇ ਵੀ ਜੀਵ ਨੇ, ਇਹ ਸਾਰੇ ਜੂਨਾਂ ਵਿੱਚ ਆਉਂਦੇ ਨੇ, ਵੱਖ-ਵੱਖ ਜੂਨਾਂ ਵਿੱਚ ਆਉਂਦੇ ਨੇ, ਪਰ ਜਿਹੜਾ ਪਰਮਾਤਮਾ ਹੈ ਉਹ ਜੂਨਾਂ ਤੋਂ ਰਹਿਤ ਹੈ। ਸੇਵੰਗ, ਸੇਵੰਗ ਦਾ ਅਰਥ ਹੈ ਜਿਹਦਾ ਆਪਣਾ ਪ੍ਰਕਾਸ਼ ਹੋਵੇ। ਹੁਣ ਜਿਹੜਾ ਪਰਮਾਤਮਾ ਹੈ ਉਹ ਪ੍ਰਕਾਸ਼ਵਾਨ ਹੈ, ਪਰਮਾਤਮਾ ਦਾ ਪ੍ਰਕਾਸ਼ ਆਪਣਾ ਹੈ। ਹੁਣ ਤੁਸੀਂ ਆਕਾਸ਼ ਵਿੱਚ ਸੂਰਜ, ਚੰਦਰਮਾ, ਬਿਜਲੀ, ਤਾਰੇ, ਇਹਨਾਂ ਸਾਰਿਆਂ ਦੀ ਰੋਸ਼ਨੀ ਹੈ, ਇਹ ਪਰਮਾਤਮਾ ਕੋਲੋਂ ਲਈ ਗਈ ਹੈ। ਇਹ ਪ੍ਰਕਾਸ਼ ਇਹਨਾਂ ਦਾ ਆਪਣਾ ਨਹੀਂ ਹੈਗਾ, ਇਹ ਸਾਰਾ ਪ੍ਰਕਾਸ਼ ਪਰਮਾਤਮਾ ਦਾ ਹੈ। ਗੁਰ ਪ੍ਰਸਾਦ, ਗੁਰ ਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ ਨਾਲ। ਇੱਥੇ ਆਇਆ ਪ੍ਰਸਾਦ, ਪ੍ਰਸਾਦ ਨਹੀਂ ਕਹਿਣਾ, ਪ੍ਰਸਾਦ। ਪ੍ਰਸਾਦ ਆਪਾਂ ਕਹਿੰਦੇ ਆ ਤਾਂ ਜਿਵੇਂ ਫੁੱਲੀਆਂ ਹੋ ਗਈਆਂ, ਕੜਾਹ ਦਾ ਪ੍ਰਸਾਦ ਹੋ ਗਿਆ, ਉਹ ਹੋ ਗਿਆ, ਪਰ ਇੱਥੇ ਲਿਖਿਆ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ, ਤੇ ਇੱਥੇ ਲਿਖਿਆ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਉਹ ਜਿਹੜਾ ਪਰਮਾਤਮਾ ਹੈ ਉਹ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਤਲਬ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਹੈ, ਪਰਮਾਤਮਾ ਨੂੰ ਮਹਿਸੂਸ ਕਰਨਾ ਹੈ, ਪਰਮਾਤਮਾ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਮਹਿਸੂਸ ਕਰਨਾ ਚਾਹੁੰਦੇ ਹੋ, ਤਾਂ ਇੱਥੇ ਤੁਹਾਨੂੰ ਸੱਚੇ ਗੁਰੂ ਦੀ ਲੋੜ ਪਵੇਗੀ। ਕਿਉਂਕਿ ਗੁਰੂ ਤੋਂ ਬਿਨਾਂ ਤੁਸੀਂ ਪਰਮਾਤਮਾ ਨੂੰ ਨਾ ਹੀ ਮਿਲ ਸਕਦੇ ਹੋ ਅਤੇ ਨਾ ਹੀ ਪਰਮਾਤਮਾ ਨੂੰ ਮਹਿਸੂਸ ਕਰ ਸਕਦੇ ਹੋ। ਜਪ, ਇੱਥੇ ਜਪ ਦਾ ਅਰਥ ਹੈ ਜਪਜੀ ਸਾਹਿਬ ਦੀ ਬਾਣੀ। ਕਿਉਂਕਿ ਜਪਜੀ ਸਾਹਿਬ ਦੀ ਬਾਣੀ ਜੋ ਸੀ, ਇਹ ਪਹਿਲਾਂ ਇਹਦਾ ਨਾਮ ਜਪ ਸੀ, ਯਾਨੀ ਕਿ ਪਰਮਾਤਮਾ ਦੀ ਵਡਿਆਈ। ਹੁਣ ਅੱਗੇ ਸ਼ੁਰੂ ਹੁੰਦੀ ਪਰਮਾਤਮਾ ਦੀ ਵਡਿਆਈ। ਜਪ ਦਾ ਅਰਥ ਹੈ ਪਰਮਾਤਮਾ ਦੀ ਵਡਿਆਈ। ਜਪ ਦਾ ਜੋ ਆਪਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਪਹਿਲਾਂ ਇਸ ਬਾਣੀ ਦਾ ਨਾਮ ਸੀ ਜਪ, ਬਾਅਦ ਵਿੱਚ ਇਸ ਦਾ ਨਾਮ ਜਪਜੀ ਸਾਹਿਬ ਪੈ ਗਿਆ। ਜਪ ਦਾ ਅਰਥ ਯਾਨੀ ਕਿ ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੀ ਸਿਫਤ ਸਲਾਹ। ਫਿਰ ਅੱਗੇ ਆਉਂਦਾ ਸ਼ਲੋਕ, ਸ਼ਲੋਕ ਵੀ ਦੇ ਨਾਲ ਹੀ ਹੈ। ਆਦਿ ਸੱਚ, ਉਹ ਪਰਮਾਤਮਾ ਮੁੱਢ ਤੋਂ ਸੱਚ ਹੈ। ਜਦੋਂ ਚਾਰ ਯੁੱਗ ਨਹੀਂ ਬਣੇ ਸੀ, ਪਰਮਾਤਮਾ ਤਾਂ ਉਦੋਂ ਵੀ ਸੀ। ਜਦੋਂ ਸਮੇਂ ਨਹੀਂ ਬਣਿਆ ਸੀ, ਪਰਮਾਤਮਾ ਉਦੋਂ ਵੀ ਸੀ। ਜਦੋਂ ਇਹ ਧਰਤੀ, ਖੰਡ, ਬ੍ਰਹਿਮੰਡ ਨਹੀਂ ਬਣੇ ਸੀ, ਪਰਮਾਤਮਾ ਤਾਂ ਉਦੋਂ ਵੀ ਸੀ।
ਜਦੋਂ ਕੁਛ ਵੀ ਨਹੀਂ ਸੀ, ਇਹ ਪ੍ਰਮਾਤਮਾ ਉਦੋਂ ਵੀ ਸੀ। ਮਤਲਬ ਕਿ ਮੁੱਢ ਤੋਂ ਸੱਚ। ਫਿਰ ਆਉਂਦਾ ਜੁਗਾਦ ਸੱਚ। ਜੁਗਾਦ ਸੱਚ ਦਾ ਅਰਥ ਹੈ ਜੁਗਾਂ ਜੁਗੰਤਰਾਂ ਤੋਂ ਸੱਚ, ਹਰ ਯੁੱਗ ਵਿੱਚ ਸੱਚ। ਜਿਵੇਂ ਕਿ ਸਤਯੁਗ, ਉਦੋਂ ਵੀ ਪ੍ਰਮਾਤਮਾ ਸੱਚ ਸੀ। ਤ੍ਰੇਤਾ ਯੁਗ, ਉਦੋਂ ਵੀ ਪ੍ਰਮਾਤਮਾ ਸੱਚ ਸੀ। ਦੁਆਪਰ ਯੁਗ, ਉਦੋਂ ਵੀ ਪ੍ਰਮਾਤਮਾ ਸੱਚ ਸੀ। ਕਲਯੁਗ, ਪ੍ਰਮਾਤਮਾ ਕਲਯੁਗ ਵਿੱਚ ਵੀ ਸੱਚ ਹੈ। ਯਾਨੀ ਕਿ ਹਰ ਯੁੱਗ ਵਿੱਚ ਪ੍ਰਮਾਤਮਾ ਸੱਚ ਹੈ। ਹੈਪੀ ਸੱਚ। ਹੈਪੀ ਸੱਚ ਦਾ ਅਰਥ ਹੈ ਹੁਣ। ਇਸ ਵੇਲੇ ਹੁਣ ਵੀ ਪ੍ਰਮਾਤਮਾ ਸੱਚ ਹੈ। ਹੁਣ ਵੀ ਪ੍ਰਮਾਤਮਾ ਸੱਚ ਹੈ, ਪ੍ਰਮਾਤਮਾ ਹੀ ਸੱਚ ਹੈ। ਨਾਨਕ ਹੋਸੀ ਵੀ ਸੱਚ। ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਅੱਗੇ ਜਦੋਂ ਸੰਸਾਰ ਖਤਮ ਹੋ ਜਾਵੇਗਾ, ਸਾਰੇ ਜੀਵ ਜੰਤੂ ਜੋ ਖਤਮ ਹੋ ਜਾਣਗੇ, ਅਸੀਂ, ਤੁਸੀਂ, ਮੈਂ, ਕਿਸੇ ਨੇ ਨਹੀਂ ਰਹਿਣਾ। ਸਿਰਫ ਪ੍ਰਮਾਤਮਾ ਅੱਗੇ ਵੀ ਸੱਚ ਹੀ ਹੈ, ਕਿਉਂਕਿ ਪ੍ਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ। ਪ੍ਰਮਾਤਮਾ ਸਦੀਵੀ ਰਹਿਣ ਵਾਲਾ ਹੈ। ਇਹ ਸੀ ਵਾਹਿਗੁਰੂ ਜੀ ਜਪਜੀ ਸਾਹਿਬ ਜੀ ਦੇ ਅਰਥ। ਤੇ ਅਰਥ ਕਰਦੇ ਹੋਏ ਮੇਰੇ ਕੋਲ ਕਾਫੀ ਭੁੱਲਾਂ, ਕਾਫੀ ਗਲਤੀਆਂ ਹੋਈਆਂ ਹੋਣਗੀਆਂ। ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।